अफसरशाही मुर्दाबाद, यारी घटिया मैनेजमेंट मुर्दाबाद, साडा एक जिंदाबाद। ਅਸੀਂ ਬਠਿੰਡਾ ਡਿਪੂ ਦੇ ਸਮੂਹੀ ਜੋ ਸਾਡਾ ਮੁਲਾਜ਼ਮ ਭਾਈਚਾਰਾ ਅੱਜ ਗੱਡੀਆਂ ਦੀ ਅਲਾਟਮੈਂਟ ਦੇ ਸੰਬੰਧ ਦੇ ਵਿੱਚ ਜੋ ਠੀਕ ਨਹੀਂ ਕੀਤੀ ਗਈ, ਉਸ ਰੋਸ ਦੇ ਵਜੋਂ ਅਸੀਂ ਅੱਜ ਗੇਟ ਰੈਲੀ ਕਰ ਰਹੇ ਹਾਂ। ਅਲਾਟਮੈਂਟ ਕਿਵੇਂ, ਮਤਲਬ ਆਮ ਜੇ ਬੰਦੇ ਨੂੰ ਸਮਝਣਾ ਹੋਵੇ? ਅਲਾਟਮੈਂਟ ਕਹਿਣ ਦਾ ਭਾਵ ਕਿ ਗੱਡੀਆਂ ਅਲਾਟ ਕਰ ਦੇਣੀਆਂ, ਨਾ ਕਰ ਦੇਣੀ ਗੱਡੀ ਵੀ ਜੇ ਭਾਈ ਆ ਤੇਰੀ ਗੱਡੀ ਆ, ਇਸ ਤੂੰ ਚਲਾਉਣੀ ਆ ਤੇ ਇਸ ਰੂਟ ਤੇ ਚੱਲਣਾ। ਠੀਕ ਕਿਵੇਂ ਨਹੀਂ ਕੀਤੀ? ਠੀਕ ਤੇ ਹੋਣੀ ਕਿਵੇਂ ਚਾਹੀਦੀ? ਠੀਕ ਜੋ ਲੌਂਗ ਰੂਟਾਂ ਤੇ ਗੱਡੀਆਂ ਚਾਹੀਦੀਆਂ ਸੀ, ਚਾਹੇ ਸਾਡੀ ਜਥੇਬੰਦੀ ਨੇ ਮੰਗ ਕੀਤੀ ਸੀ ਮੈਨੇਜਮੈਂਟ ਕੋਲੋਂ ਕਿ ਸਿਨਿਓਰਟੀ ਵਾਈਜ਼ ਗੱਡੀਆਂ ਮਿਲਣ, ਤੇ ਸਿਨਿਓਰਟੀ ਵਾਈਜ਼ ਬਣਦੀ ਜਿੱਦਾਂ ਸਿਨਿਓਰਟੀ ਆਉਂਦੀ ਹੈ ਡਰਾਈਵਰਾਂ ਦੀ, ਪੁਰਾਣੇ ਨਵੇਂ ਤੇ ਉਸ ਤੋਂ ਉਸੇ ਹਿਸਾਬ ਨਾਲ ਪਹਿਲਾਂ ਨਵੀਆਂ ਗੱਡੀਆਂ ਦਿੱਤੀਆਂ ਜਾਣ, ਉਸ ਤੋਂ ਬਾਅਦ 17 ਮਾਡਲ ਫਿਰ 15 ਮਾਡਲ ਉਸੇ ਤਰ੍ਹਾਂ ਗੱਡੀਆਂ ਦਿੱਤੀਆਂ ਜਾਣ। ਪਰ ਸਾਨੂੰ ਕਿਤੇ ਨਾ ਕਿਤੇ ਇਹਨਾਂ ਨੇ ਅਮਲ ਦੇ ਵਿੱਚ ਸਾਡੀ ਗੱਲ ਨੂੰ ਨਹੀਂ ਲਿਆਂਦਾ ਤੇ ਮੈਨੇਜਮੈਂਟ ਨੇ ਆਪਣੀ ਮਨਮਾਨੀ ਕੀਤੀ। ਸੋ ਉਹਦੇ ਰੋਸ ਦੇ ਵਿੱਚ ਸਾਡਾ ਕੁਝ ਡਰਾਈਵਰ ਭਾਈਚਾਰੇ ਅਜਿਹੇ ਰਹਿ ਗਏ ਕਿ ਜੋ ਸਾਡੇ ਪਹਿਲਾਂ 500 ਕਿਲੋਮੀਟਰ ਕਰਦੇ ਸੀ, ਅੱਜ ਉਹਨਾਂ ਸਾਥੀਆਂ ਕੋਲ ਕੋਈ ਗੱਡੀ ਵੀ ਨਹੀਂ ਰਹੀ। ਜੋ ਨਵੀਆਂ ਗੱਡੀਆਂ ਦੇਣੀਆਂ ਸੀ ਉਹਨਾਂ ਨੂੰ ਪਹਿਲਾਂ 15 ਮਾਡਲ ਵੀ ਗੱਡੀਆਂ ਖੋਹ ਲਈਆਂ ਗਈਆਂ, ਉਹ ਅੱਜ ਗੱਡੀਆਂ ਤੋਂ ਵਿਦਆਊਟ ਕਰ ਦਿੱਤੇ ਗਏ ਤੇ ਸਪੇਅਰ ਰੱਖ ਦਿੱਤਾ ਗਿਆ ਤੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਗਿਆ ਕਿ ਝੋਲਾ ਮੋਢੇ ਵਿੱਚ ਰੱਖ ਕੇ ਕਿਤੇ ਇੱਧਰ ਗੱਡੀ ਤੇ ਜਾਣ ਕਿਤੇ ਉੱਧਰ ਜਾਣ। ਉਹਨਾਂ ਦੀ ਅੱਜ ਖੱਜਲ ਖੁਆਰੀ ਬੜੀ ਵਧੀਆ। ਭਾਵ ਕਿ ਸੀਨੀਅਰ ਜਿਹੜੇ ਡਰਾਈਵਰ ਸੀ, ਜਿਨ੍ਹਾਂ ਦੀ ਬਣਦੀ ਸੀ ਵੀ ਲੰਬੇ ਰੂਟ ਤੇ ਜਾਣਾ, ਲੰਬੇ ਸਮੇਂ ਤੋਂ ਚੱਲਦੇ ਰਹੇ, ਉਹਨਾਂ ਨੂੰ ਲੰਬੇ ਰੂਟ ਦੀਆਂ ਗੱਡੀਆਂ ਦਿੰਦੇ ਨਹੀਂ, ਉਹਨਾਂ ਨੂੰ ਦਿੱਤੀਆਂ ਨਹੀਂ ਗਈਆਂ ਗੱਡੀਆਂ, ਵਿਤਕਰਾ ਕੀਤਾ ਗਿਆ। ਇਹਦੇ ਕੀ ਕਾਰਨ ਆ ਵਿਤਕਰੇ ਦੇ? ਵਿਤਕਰਾ ਜਿੱਦਾਂ ਪੰਜਾਬ ਰੋਡਵੇ ਪਨਬਸ PRTC ਕੰਟਰੈਕਟ ਵਰਕਰ ਯੂਨੀਅਨ, ਉਸੇ ਤਰ੍ਹਾਂ ਹੀ ਇੱਥੇ ਇੱਕ ਐਕਸ਼ਨ ਕਮੇਟੀ ਵੀ ਕੰਮ ਕਰਦੀ ਹੈ। ਜੋ ਆਪਾਂ ਕਹਿ ਲਈਏ ਅੱਜ ਦੇ ਸਮੇਂ ਦੇ ਹਾਲਾਤਾਂ ਦੇ ਹਿਸਾਬ ਨਾਲ ਦੇਖੀਏ ਤਾਂ ਅਸੀਂ ਸਾਡੀਆਂ ਵਿਰੋਧੀ ਪਾਰਟੀਆਂ ਉਹ ਸਾਡੇ ਆਪਸੀ ਡਰਾਈਵਰ ਭਾਈਚਾਰੇ ਦੇ ਵਿੱਚ ਪਾੜਾ ਪਾਉਣ ਦੇ ਵਿੱਚ ਲੱਗੀਆਂ ਹੋਈਆਂ। ਇਹਦਾ ਜ਼ਿੰਮੇਵਾਰ ਕੌਣ ਆ? ਇਹ ਅਲਾਟਮੈਂਟ ਕੌਣ ਕਰਦਾ? ਅਲਾਟਮੈਂਟ ਇਹਨਾਂ ਨੇ ਇੱਕ ਕਮੇਟੀ ਬਣਾਈ ਸੀ, ਉਸ ਕਮੇਟੀ ਨੇ ਹੀ ਗੱਡੀਆਂ ਦੀ ਅਲਾਟਮੈਂਟ ਕੀਤੀ ਆ ਜੋ ਠੀਕ ਤਰੀਕੇ ਨਾਲ ਨਹੀਂ ਹੋਈ। ਕਿਹੜੇ ਅਧਿਕਾਰੀ ਆ ਉਹਦੇ? ਉਹਦੇ ਵਿੱਚ ਅਧਿਕਾਰੀ ਇਹਨਾਂ ਨੇ 4 ਮੈਂਬਰੀ ਕਮੇਟੀ ਦੀ ਗੁਰਜੰਟ ਸਿੰਘ ਸੀ, ਮਨਪ੍ਰੀਤ ਸਿੰਘ ਸੀ ਤੇ ਅਮਨਦੀਪ ਸਿੰਘ ਸਪੋੜੀਆ ਜੀ ਸੀ। ਮੌਜੂਦਾ ਸਰਕਾਰ ਨੂੰ ਕਿਵੇਂ ਦੇਖਦੇ ਹੋ? ਵੀ ਇੱਕ ਪਾਸੇ ਸਰਕਾਰ ਬਣੀ ਆ, ਉਹਨਾਂ ਨੇ ਕਿਹਾ ਵੀ ਇਹ ਸਾਰਾ ਕੁਝ ਸਿਸਟਮ ਠੀਕ ਹੋ ਜਾਊਗਾ, ਵੀ ਜਿਹੜੇ ਪੁਰਾਣੇ ਲੀਡਰ ਸੀ, ਕਰਪਟ ਲੀਡਰ ਸੀ, ਬਦਲ ਕੇ, ਤੇ ਤੁਹਾਨੂੰ ਹੁਣ ਵੀ ਸੰਘਰਸ਼ ਕਰਨਾ ਪੈ ਰਿਹਾ, ਉਹਦਾ ਕੀ ਕਾਰਨ? ਮੌਜੂਦਾ ਸਰਕਾਰ ਸਾਨੂੰ ਟਰਾਂਸਪੋਰਟ ਮੰਤਰੀ ਦਿੱਤੇ ਗਏ ਲਾਲਜੀਤ ਸਿੰਘ ਭੁੱਲਰ ਜੀ, ਇਹਨਾਂ ਨੇ ਪਹਿਲਾਂ ਆਮ ਆਦਮੀ ਪਾਰਟੀ ਨੇ ਇਹ ਗੱਲ ਆਖੀ ਸੀ ਕਿ ਅਸੀਂ ਜੋ ਵੀ ਫੈਸਲੇ ਲਵਾਂਗੇ ਉਹ ਲੋਕ ਹਿੱਤੀ ਲਵਾਂਗੇ ਤੇ ਚੰਡੀਗੜ੍ਹ ਦੇ ਭਵਨਾਂ ਦੇ ਵਿੱਚੋਂ ਹੁਕਮ ਨਹੀਂ, ਫਰਮਾਨ ਨਹੀਂ ਜਾਰੀ ਹੋਣਗੇ। ਪਰ ਉਹ ਪਹਿਲਾਂ ਹੀ ਆਉਂਦਿਆਂ ਟਰਾਂਸਪੋਰਟ ਅਦਾਰੇ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਗਿਆ, ਕਿਸੇ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਇਹਨਾਂ ਨੇ ਪਹਿਲਾਂ ਇੱਕ ਸਾਡੇ ਤੇ ਫਰਮਾਨ ਜਾਰੀ ਕਰਤਾ, ਕਹਿੰਦੇ ਟਾਟਾ ਦੀਆਂ ਗੱਡੀਆਂ ਚਾਹੇ ਕੋਈ ਵੀ ਹੋਣ, ਜੋ ਅੱਜ ਟਾਟਾ ਦੀ ਗੱਡੀ ਆਮ ਰੂਟ ਤੇ ਚੱਲ ਕੇ ਪਹਾੜ ਦੀ ਲਗਭਗ 4.2 ਦੀ ਤੇ ਪਲੇਨ ਦੀ 4.5 ਦੀ KMPL ਦੇ ਰਹੀਆਂ ਗੱਡੀਆਂ, ਉਹ ਗੱਡੀਆਂ 4.5 ਦੀ KMPL ਦੇ ਰਹੀਆਂ ਤੇ ਇਧਰ ਮੰਤਰੀ ਸਾਹਿਬ ਸਾਡੇ ਉੱਥੋਂ ਚੰਡੀਗੜ੍ਹ ਦੇ ਭਵਨਾਂ ਦੇ ਵਿੱਚੋਂ ਫਰਮਾਨ ਜਾਰੀ ਕਰ ਦਿੰਦੇ ਕਿ 4-8 ਤੋਂ ਘੱਟ ਜਿਹੜਾ ਡਰਾਈਵਰ ਸਾਥੀ ਸਾਡਾ KMPL ਦੇਊਗਾ, ਇਹਨਾਂ ਦੇ ਫਰਲੇ ਬਣਾਓ, ਰਿਕਵਰੀਆਂ ਪਾਓ ਤੇ ਇਹਨਾਂ ਦੀਆਂ ਰਿਪੋਰਟਾਂ ਕਰੋ। ਕਿਉਂ ਵੀ ਆਪਣੇ ਕੋਲ 52 ਸੀਟਡ ਆਪਾਂ ਸਵਾਰੀ ਲਿਆ ਸਕਦੇ ਹਾਂ, 52 ਆਪਣੇ ਵਿੱਚ ਸੀਟਾਂ ਦੇ 52 ਸਵਾਰੀਆਂ ਆਪਾਂ ਨੂੰ ਅਲਾਉਡ ਆ। ਪੰਜਾਬ ਦੀ ਪਬਲਿਕ ਦੇ ਆਬਾਦੀ ਦੇ ਹਿਸਾਬ ਨਾਲ ਸਾਡੀ ਯੂਨੀਅਨ ਨੇ ਮੰਗ ਕੀਤੀ ਸੀ ਕਿ ਸਾਨੂੰ 10,000 ਬੱਸਾਂ ਪਾਈਆਂ ਜਾਣ ਜੋ ਕਿ ਨਵਾਂ ਰੁਜ਼ਗਾਰ ਦਿੱਤਾ ਜਾ ਸਕੇ ਸਾਡੇ ਨੌਜਵਾਨ ਵਰਗ ਨੂੰ, ਸਾਡੇ ਨਵੇਂ ਸਾਥੀ ਇੱਥੇ ਭਰਤੀ ਹੋਣ ਤੇ ਸਾਡੀਆਂ ਨਵੀਆਂ ਬੱਸਾਂ ਚੱਲਣ ਤੇ ਅਸੀਂ ਪੰਜਾਬ ਦੀ ਜੋ ਆਮ ਆਵਾਮ ਆਮ ਪਬਲਿਕ ਆ ਉਸ ਨੂੰ ਠੀਕ ਤਰੀਕੇ ਨਾਲ ਅਸੀਂ ਆਪਣੀ ਸਹੂਲਤ ਮੁਹੱਈਆ ਕਰਵਾ ਸਕੀਏ। ਪਰ ਉਹ ਤਾਂ ਦੇਖਿਆ ਨਹੀਂ ਸਾਡੇ ਕੋਲ ਬੱਸਾਂ ਦਾ ਫਲੀਟ ਕਿੰਨਾ, ਸਾਡੇ ਕੋਲ ਡਰਾਈਵਰ ਕਨੈਕਟਰ ਸਟਾਫ ਕੀ ਆ, ਸਾਡੇ ਮਹਿਕਮੇ ਦੇ ਹਾਲਾਤ ਕੀ ਆ। ਉੱਪਰ ਫਰਮਾਨ ਜਾਰੀ ਕਰਤਾ ਕਿ 4-8 ਦੀ KMPL ਤੋਂ ਜੋ ਘੱਟ ਦਿੰਦਾ ਉਸ ਨੂੰ ਉਤਾਰ ਲਓ, ਉਸ ਨੂੰ ਰਿਕਵਰੀ ਪਾ ਦਿਓ। ਉੱਤੇ ਸਾਨੂੰ ਅੱਤਵਾਦੀ ਘੋਸ਼ਿਤ ਕੀਤਾ ਗਿਆ। ਉਸ ਸਰਕਾਰ ਦੇ ਜਿੰਨੇ ਵੀ ਫੈਸਲੇ ਆ, ਚਾਹੇ ਸਕੂਲਾਂ ਵਾਸਤੇ ਲਿਆ ਗਿਆ, ਉਹਦੇ ਵੀ ਯੂਨੀਅਨਾਂ ਨੇ, ਜਿਹੜੀ ਸਕੂਲ ਐਸੋਸੀਏਸ਼ਨ ਆ, ਉਹਨੇ ਕਹਿਤਾ ਵੀ ਇਹ ਸਾਡੇ ਖਿਲਾਫ ਆ। ਹੋਰ ਵੀ ਜਿੰਨੇ ਫੈਸਲੇ ਲਿਆ ਉਹ ਕੰਮ ਨਹੀਂ ਹੋਏ। ਤੁਹਾਡਾ ਆਉਣ ਵਾਲੇ ਸਮੇਂ 'ਚ ਕੀ ਹੋਊਗਾ ਐਕਸ਼ਨ? ਦੇਖੋ ਜੀ ਪਤਾ ਕੀ ਆ, ਜੋ ਆਮ ਆਦਮੀ ਪਾਰਟੀ ਆ ਗੱਲਾਂ ਬੜੀਆਂ ਵੱਡੀਆਂ ਕੀਤੀਆਂ, ਦਾਅਵੇ ਕਰਕੇ ਆਈ ਕਿ ਅਸੀਂ ਲੋਕਾਂ ਨਾਲ ਮਿਲ ਕੇ ਸਰਕਾਰ ਚਲਾਵਾਂਗੇ, ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ। ਪਰ ਜੋ ਅੱਜ ਦੇ ਫਰਮਾਨ ਆਏ ਤਾਂ ਚੰਡੀਗੜ੍ਹ ਦੇ ਦਫ਼ਤਰਾਂ 'ਚੋਂ ਖੜੇ ਹੋ ਰਹੇ ਆ ਤੇ ਉੱਥੋਂ ਹੀ ਆ ਰਹੇ ਆ ਸਾਡੇ ਉੱਪਰ ਕਿ ਜੇਕਰ ਉੱਥੇ ਬੈਠ ਕੇ ਸਾਡੀਆਂ ਪਾਲਿਸੀਆਂ ਬਣਨਗੀਆਂ, ਉੱਥੇ ਨੀਤੀਆਂ ਘੜਨਗੇ
ਤਾਂ ਉਹ ਸਾਡੇ ਮੁਲਾਜ਼ਮਾਂ ਦੇ ਮਾਰੂ ਹੋਣਗੀਆਂ, ਆਮ ਲੋਕਾਂ ਦੇ ਨੈਗੇਟਿਵ ਜਾਣਗੀਆਂ ਉਹ ਗੱਲਾਂ, ਉਹ ਕਦੇ ਪੋਜ਼ਿਟਿਵ ਨਹੀਂ ਹੋ ਸਕਦੀ। ਜੇਕਰ ਜਿਹੜੀ ਸੋਚ ਨਾਲ ਅਸੀਂ ਲੈ ਕੇ ਆਏ ਸੀ, ਅਸੀਂ ਸਮਰਥਨ ਕਰਦੇ ਹਾਂ ਸਰਕਾਰ ਦਾ, ਪਰ ਸਾਡੀਆਂ ਲੱਗ ਨਹੀਂ ਰਿਹਾ ਕਿ ਉਸ ਉਮੀਦਾਂ ਦੇ ਖਰੀ ਉਤਰ ਰਹੀ ਹੈ। ਅਗਲਾ ਐਕਸ਼ਨ ਕੀ ਹੋਊਗਾ ਜੇ ਤੁਹਾਡੀ ਅਗਲਾ ਐਕਸ਼ਨ ਤਾਂ ਆਉਣ ਵਾਲੇ ਸਮੇਂ ਦੇ ਵਿੱਚ, ਕੱਲ ਸਾਡੀ ਸੈਂਟਰ ਬਾਡੀ ਦੀ ਮੀਟਿੰਗ ਹੋਈ ਹੈ ਲਾਲਜੀਤ ਸਿੰਘ ਭੁੱਲਰ ਨਾਲ, ਤੇ ਜੇਕਰ ਉਹ ਕੱਲ ਨੂੰ, ਹੁਣ ਸਾਨੂੰ 5-7 ਦਿਨਾਂ ਤੱਕ ਪੈਨਲ ਮੀਟਿੰਗ ਕੀਤੀ ਆ, ਕਈ ਗੱਲਾਂ ਬਾਤਾਂ ਕਰਨੀਆਂ ਉਹਨਾਂ ਨਾਲ, ਜਿਵੇਂ ਕਿ ਲੰਮੇ ਸਮੇਂ ਤੋਂ 15-15 18-18 ਸਾਲ ਹੋ ਗਏ ਇਸ ਅਦਾਰੇ ਵਿੱਚ ਕੱਚੇ ਕਰਮਚਾਰੀ ਕੰਮ ਕਰ ਰਹੇ ਆ ਤੇ ਕੋਈ ਸੁਣਵਾਈ ਨਹੀਂ ਉਹਨਾਂ ਦੀ। ਉਹਨਾਂ ਨੂੰ ਨਾ ਪੱਕਾ ਕੀਤਾ ਗਿਆ, ਨਾ ਕੋਈ ਉਹਨਾਂ ਦੀ ਤਨਖਾਹ 'ਚ ਬੜੋਤਰੀ ਕੀਤੀ ਗਈ। ਉੱਪਰੋਂ 150 ਸਵਾਰੀ ਬੱਸਾਂ ਤੇ ਲੰਕ ਕੇ ਆਉਂਦੀ ਆ। ਉਹ ਜੇਕਰ ਕੋਈ ਸਵਾਰੀ ਡਿੱਗਦੀ ਆ ਜਾਂ ਕੋਈ ਨੁਕਸਾਨ ਹੁੰਦਾ ਹੈ ਤਾਂ ਉਹਦਾ ਡਰਾਈਵਰ ਕਨੈਕਟਰੀ ਜ਼ਿੰਮੇਵਾਰ ਆ। ਕਿਉਂ ਭਾਈ, ਉਹਦੀ ਕੋਈ ਕੰਪੈਸਿਟੀ ਨਹੀਂ, ਉਹਨੇ ਕਿੰਨੀਆਂ ਸਵਾਰੀਆਂ ਚੜਾਉਣੀਆਂ, ਕਿੰਨੀਆਂ ਰੋਕਣੀਆਂ। ਜੇਕਰ ਬੱਸ ਕਿਤੇ ਅੱਗੇ ਪਿੱਛੇ ਰੁਕ ਗਈ ਤਾਂ ਸਾਡੇ ਨਾਲ ਵਿਵਾਦ ਹੁੰਦੇ ਆ। ਜਦੋਂ ਤੋਂ ਲੇਡੀਜ਼ ਫ੍ਰੀ ਕੀਤੀ ਆ, ਅਸੀਂ ਨਿੰਦਾ ਨਹੀਂ ਕਰਦੇ, ਅਸੀਂ ਸਵਾਗਤ ਕਰਦੇ ਹਾਂ ਇਸ ਚੀਜ਼ ਦਾ ਕਿ ਚਲੋ ਸਾਡੇ ਹੀ ਘਰਾਂ ਦੇ, ਸਾਡੇ ਪਰਿਵਾਰਾਂ ਦੀਆਂ ਮਾਵਾਂ ਭੈਣਾਂ ਸਾਡੀਆਂ ਸਫ਼ਰ ਫ੍ਰੀ ਸਹੂਲਤ ਲੈਂਦੀਆਂ। ਤੇ ਪਰ ਉਹਦੇ ਲਈ ਤਾਂ ਬੱਸਾਂ ਦਾ ਤਾਂ ਆਪਾਂ ਨੂੰ ਹੱਲ ਕਰਨਾ ਚਾਹੀਦਾ ਸੀ। ਜੇਕਰ ਆਪਣੇ ਕੋਲ ਬੱਸਾਂ ਹੀ ਨਹੀਂ ਪੂਰੀਆਂ ਤੇ ਆਪਾਂ ਏਡੇ ਏਡੇ ਵਾਅਦੇ ਕਰਦੇ ਹਾਂ, ਉੱਪਰੋਂ ਡਰਾਈਵਰ ਕਨੈਕਟਰ ਜੋ ਆਊਟਸੋਰਸ ਤੇ 91-9100 10,000 ਤੇ ਕੰਮ ਕਰ ਰਹੇ ਆ, ਅੱਜ ਉਹਨਾਂ ਤੇ ਹੀ ਆਪਾਂ ਥੋਪੀ ਆਉਣੇ ਆ ਸਾਰਾ ਕੁਝ। ਫਿਰ ਉਹਨਾਂ ਦਾ ਤਾਂ ਆਪਾਂ ਮਾਰ ਦਿੱਤਾ, ਉਹਨਾਂ ਦਾ ਤਾਂ ਆਪਾਂ ਹਿੱਤ ਖੋਹ ਰਹੇ ਆ, ਮਾਰ ਰਹੇ ਆ ਉਹਨਾਂ ਨੂੰ। ਤਾਂ ਚਾਰੇ ਪਾਸਿਓਂ ਮਾਰਾਂ ਨੇ ਸਾਨੂੰ, ਸਰਕਾਰ ਵਾਲੇ ਪਾਸਿਓਂ ਵੀ, ਮੈਨੇਜਮੈਂਟ ਵਾਲੇ ਪਾਸਿਓਂ ਵੀ, ਲੋਕਾਂ ਵਾਲੇ ਪਾਸਿਓਂ ਵੀ। ਡਰਾਈਵਰ ਕਨੈਕਟਰ ਕੱਚਾ ਮੁਲਾਜ਼ਮ ਕਿੱਥੇ ਜਾਊਗਾ? ਜਿਹੜੇ ਤੁਸੀਂ ਪਹਿਲਾਂ ਇਲੈਕਸ਼ਨਾਂ ਤੋਂ ਪਹਿਲਾਂ ਸੰਘਰਸ਼ ਕੀਤਾ ਸੀ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਸਤੇ, ਉਹ ਅੱਜ ਕਿੱਥੇ ਖੜਾ? ਉਹਦਾ ਕੁਝ ਨਹੀਂ ਕੀਤਾ ਗਿਆ। ਕੁਝ ਨਿਗੁਣੀ ਜੀ ਤਨਖਾਹ ਦੇ ਵਿੱਚ ਵਾਧਾ ਕੀਤਾ ਗਿਆ ਤੇ ਲਾਰਿਆਂ ਤੋਂ ਸਿਵਾ ਸਾਨੂੰ ਕੁਝ ਨਹੀਂ ਮਿਲਿਆ। ਤੇ ਉਸ ਤੋਂ ਬਾਅਦ ਕੀ ਹੋਇਆ, ਉਹ ਜਾਂਦੀ ਸਰਕਾਰ ਇੱਕ ਕੰਮ ਕਰ ਗਈ ਕਿ ਜਦ ਵੀ ਕੋਈ ਕਨੈਕਟਰ ਜਾਂ ਕੋਈ ਡਰਾਈਵਰ ਕੋਈ ਸਜ਼ਾ, ਕੋਈ ਗਲਤ ਕੰਮ ਕਰਦਾ, ਕਹਿਣ ਦਾ ਭਾਵ ਕਿ ਚਲੋ ਕੋਈ ਛੋਟਾ ਮੋਟਾ ਫਰਾਡ ਹੋ ਗਿਆ, ਕੋਈ 10-20 ਦੀ ਟਿਕਟ ਰਹਿ ਗਈ, ਜਾਂ ਵਿੱਚ ਹੁਣ ਲੇਡੀਜ਼ ਭੈਣਾਂ ਸਾਡੀਆਂ ਮਾਵਾਂ ਚੜ੍ਹਦੀਆਂ, ਉਹ ਕਹਿੰਦੀਆਂ ਅਸੀਂ ਸਾਡੇ ਤੋਂ ਤਾਂ ਆਧਾਰ ਕਾਰਡ ਨਿਕਲਦਾ ਨਹੀਂ, ਅਸੀਂ ਤਾਂ ਗਾਂਹ ਜਾ ਕੇ ਕੱਢਾਂਗੇ। ਅਸੀਂ ਇੱਕ ਅੱਡੇ ਤੋਂ ਅੱਡਾ ਬਾਈ ਗੱਡੀ ਕਲੀਅਰ ਕਰਨੀ ਹੁੰਦੀ ਹੈ, ਜੇ 150 ਸਵਾਰੀ ਚੜ੍ਹ ਗਈ 5 ਕਿਲੋਮੀਟਰ ਤੇ ਸਾਡਾ ਅਗਲਾ ਸਟਾਪੇਜ ਆ, ਉਹ ਹੁਣ ਸਵਾਰੀ ਸਾਨੂੰ ਆਧਾਰ ਕਾਰਡ ਕੱਢ ਕੇ ਦੇ ਨਹੀਂ ਰਹੀ, ਉਹਦੀ ਅਸੀਂ ਟਿਕਟ ਕਿੱਦਾਂ ਕੱਟ ਦਈਏ? ਜੇਕਰ ਸਾਡੇ ਰੈਗੂਲਰ ਸਟਾਫ ਜਾਂ ਸਾਡਾ ਚੈਕਿੰਗ ਅਧਿਕਾਰੀ ਜਾਂਦੇ ਆ ਤੇ ਉਹ ਸਾਡੀ ਉੱਤੇ ਰਿਪੋਰਟ ਬਣਦੀ ਆ। ਸੋ ਕਈ ਵਾਰ ਤਾਂ ਨਜਾਇਜ਼ ਕੰਡੀਸ਼ਨਾਂ ਵਿੱਚ ਵੀ ਸਾਡੇ ਸਾਥੀ ਫਸ ਗਏ ਆ। ਉਹ ਜਦੋਂ ਫਸ ਗਏ ਤੇ ਉਹਨਾਂ ਨੂੰ ਹੁਣ ਦੁਬਾਰੇ ਬਹਾਲੀ ਵਾਸਤੇ ਪਹਿਲਾਂ ਤਾਂ ਉਹਨਾਂ ਨੂੰ ਲੱਖ 1.5 ਲੱਖ ਰੁਪਈਆ ਲਾ ਕੇ ਦੁਬਾਰਾ ਆਉਣਾ ਪੈਂਦਾ, ਫਿਰ ਉਸ ਤੋਂ ਬਾਅਦ ਉਹਨਾਂ ਦਾ ਕੰਟਰੈਕਟ ਖਤਮ ਕਰ ਦਿੱਤਾ ਜਾਂਦਾ। ਫਿਰ ਉਹਨਾਂ ਨੂੰ ਗੱਲ ਕਹੀ ਜਾਂਦੀ ਕਿ ਸਾਨੂੰ ਨਵੇਂ ਕੰਟਰੈਕਟ ਤੇ ਲਿਆਇਆ ਜਾਊਗਾ। ਨਵੇਂ ਕੰਟਰੈਕਟ ਤੇ ਲਿਆ ਕੇ ਉਹਨਾਂ ਨੂੰ ਫਿਰ ਦੁਬਾਰਾ ਤੋਂ 9100 ਤਨਖਾਹ ਤੇ ਹੀ ਲਿਆਂਦਾ ਜਾਂਦਾ, ਜੋ ਕਿ ਨਿਗੁਣੀ ਤਨਖਾਹ। ਇੱਕ ਸਾਨੂੰ ਜੋ ਗਲਤੀ ਕਰਦੇ ਆ ਉਹਦੀਆਂ 3 ਸਜ਼ਾਵਾਂ ਭੁਗਤਣੀਆਂ ਪੈਂਦੀਆਂ। ਪਹਿਲਾਂ ਰੂਟ ਆਫ ਕੀਤਾ ਜਾਂਦਾ, ਫਿਰ ਉਸ ਤੋਂ ਬਾਅਦ ਜਦੋਂ ਉਹਨੂੰ ਰੂਟ ਆਫ ਕਰਤਾ, ਉਹਨੂੰ ਮਹਿਕਮੇ 'ਚ ਕੱਢਤਾ, ਫਿਰ ਉਹਨੂੰ ਨਵਾਂ ਨੰਬਰ ਦੇਣਾ, ਸੀਨੀਅਰਟੀ 'ਚ ਪਿੱਛੇ ਜਾਊ, ਫਿਰ ਉਸ ਤੋਂ ਬਾਅਦ ਉਹਨੂੰ ਘੱਟ ਤਨਖਾਹ ਤੇ ਦੁਬਾਰੇ ਪਹਿਲਾਂ ਵਾਲੇ ਕਾਨੂੰਨ ਥੋਪ ਕੇ ਉਹਨੂੰ ਲੈ ਆਉਣਾ ਤੇ ਫਿਰ ਉਹਦਾ ਸ਼ੋਸ਼ਣ ਕੀਤਾ ਜਾਂਦਾ। ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਵਾਇਰਲ ਹੋਈ ਆ ਵੀ ਤੁਹਾਡੇ ਜਿਹੜੇ ਡਰਾਈਵਰ ਆ ਉਹ ਪ੍ਰਾਈਵੇਟ ਬੱਸਾਂ ਨੂੰ ਟਾਈਮ 'ਚ ਕਰਾ ਦਿੰਦੇ ਆ। ਵੀਡੀਓ ਕਾਫੀ ਵਾਇਰਲ ਹੋ ਗਈ, ਕੀ ਕਹਿਣਾ ਚਾਹੁੰਦੇ? ਦੇਖੋ ਜੀ, ਉਹ ਵੀਡੀਓ ਤਾਂ ਖੈਰ ਮੇਰੇ ਧਿਆਨ 'ਚ ਨਹੀਂ, ਚਲੋ ਤੁਹਾਨੂੰ ਦੱਸ ਦਿੰਦੇ ਆ ਕਿ ਚਾਹੇ ਬੱਸ ਨਵੀਂ ਹੋਵੇ ਚਾਹੇ ਪੁਰਾਣੀ ਹੋਵੇ, ਆਪਣੀ ਕੰਪੈਸਿਟੀ 52 ਬੱਸਾਂ ਦੀ 52 ਸਵਾਰੀਆਂ ਦੀ ਹੈ। ਉਹਦੇ ਵਿੱਚ 150 ਸਵਾਰੀ ਚੜ੍ਹ ਗਈ, ਸਵਾਰੀ ਬਾਹਰ ਲਟਕ ਰਹੀ ਆ। ਉਹ ਕੀ ਹੁਣ ਜੋ ਡਰਾਈਵਰ ਆ ਸਾਥੀ ਸਾਡਾ ਲੁਧਿਆਣੇ ਨੂੰ ਟਾਈਮ ਆ, ਸਾਡੇ ਚਲੋ ਘੰਟਾ ਮਿਲਦਾ, 35 ਮਿੰਟ ਮਿਲਦੇ ਆ, ਅਸੀਂ 35 ਮਿੰਟਾਂ ਦੇ 55 ਮਿੰਟਾਂ ਦੇ ਵਿੱਚ ਮੁੱਲਾਪੁਰ ਕਿਵੇਂ ਕਲੀਅਰ ਕਰਾਂਗੇ? ਸਵਾਰੀਆਂ ਬਾਹਰ ਲਟਕ ਰਹੀਆਂ, ਅਸੀਂ ਹੁਣ 100 ਤੇ ਬੱਸ ਕਿਵੇਂ ਲੈ ਕੇ ਜਾਈਏ? ਜੇਕਰ ਅਸੀਂ ਭਜਾਉਣੇ ਆ, ਸਵਾਰੀ ਡਿੱਗਦੀ ਆ ਜਾਂ ਕੋਈ ਨੁਕਸਾਨ ਹੁੰਦਾ ਤੇ ਉਹਦਾ ਜ਼ਿੰਮੇਵਾਰੀ ਡਰਾਈਵਰ ਕਨੈਕਟਰ।